Good morning, student. Now let us start our next chapter, chapter number 7, that is directing. In previous video, we have done three functions of management like planning, organizing, and staffing. Now fourth function of management, that is directing. Directing means action toward the planned target. So, directing is the executive function of management. All the function preceding the directing function, namely planning, organizing, and staffing, are concerned with determining of plan and ensuring the availability of the required resources. So, ਉਹਨਾਂ ਫੰਕਸ਼ਨਸ ਦੇ ਬੇਸ 'ਤੇ ਹੀ ਅਸੀਂ ਬੇਟੇ ਨੈਕਸਟ ਫੰਕਸ਼ਨ ਜਿਹੜਾ ਹੈ ਡਾਇਰੈਕਟਿੰਗ ਉਹਨੂੰ ਪਰਫਾਰਮ ਕਰਾਂਗੇ, ਜਿਹਦੇ ਵਿੱਚ ਅਸੀਂ ਵੇਖਾਂਗੇ ਕਿ ਡਿਜ਼ਾਇਰਡ ਪੀਪਲ ਜਿਹੜੇ ਹੈਗੇ ਨੇ, ਰਾਈਟ ਪੀਪਲ ਜਿਹੜੇ ਹੈਗੇ ਨੇ, ਉਹ ਆਪਣੇ ਵਰਕ ਨੂੰ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਡਾਇਰੈਕਸ਼ਨ ਪ੍ਰੋਵਾਈਡ ਕਰਵਾਉਂਦੇ ਨੇ. It is the directing function of management which initiate action of people in the desired direction through effective supervision, communication, leadership and motivation. So ਇਹਦੇ ਵਿੱਚ ਅਸੀਂ ਬੇਟੇ ਹਮੇਸ਼ਾ ਦੇਖਾਂਗੇ ਕਿ ਸੁਪਰਵਿਜ਼ਨ, ਕਮਿਊਨੀਕੇਸ਼ਨ, ਲੀਡਰਸ਼ਿਪ ਤੇ ਮੋਟੀਵੇਸ਼ਨ ਦੇ ਇਫੈਕਟਿਵ ਮੋਟੀਵੇਸ਼ਨ ਦੇ ਬਿਹਾਫ ਤੇ ਜਿਹੜੇ ਇੰਪਲੋਈ ਹੈਗੇ ਨੇ ਉਹ ਆਪਣੀ ਡਾਇਰੈਕਸ਼ਨ ਜਿਹੜੀ ਉਹਨੂੰ ਕਿਸ ਤਰੀਕੇ ਨਾਲ ਸਟਾਰਟ ਕਰਦੇ. Now let us start with chapter meaning, that is directing meaning. Directing means giving instruction and guiding people in doing work. Directing ਦਾ ਮਤਲਬ ਹੁੰਦਾ ਹੈ ਰਾਜੇ ਕਿ ਪੀਪਲਸ ਜਿਹੜੇ ਅਸੀਂ ਆਲਰੇਡੀ ਡਿਸਾਈਡ ਕਰ ਚੁੱਕੇ ਹਾਂ ਉਹਨਾਂ ਨੂੰ ਇੰਸਟਰਕਸ਼ਨ ਪ੍ਰੋਵਾਈਡ ਕਰਵਾਉਣੀਆਂ, ਉਹਨਾਂ ਨੂੰ ਗਾਈਡ ਕਰਨਾ ਇੱਕ ਕੰਮ ਨੂੰ ਕੰਪਲੀਟ ਕਰਨ ਵਾਸਤੇ. ਐਗਜ਼ਾਮਪਲ, ਟੀਚਰ ਡਾਇਰੈਕਟਿੰਗ ਹੈ ਸਟੂਡੈਂਟ ਟੂ ਕੰਪਲੀਟ ਐਨ ਅਸਾਈਨਮੈਂਟ. ਟੀਚਰ ਹਮੇਸ਼ਾ ਆਪਣੇ ਸਟੂਡੈਂਟ ਨੂੰ ਡਾਇਰੈਕਟ ਕਰਦੇ ਨੇ ਦੈਟ ਹਾਊ ਕੈਨ ਦੇ ਕੰਪਲੀਟ ਦੇਅਰ ਅਸਾਈਨਮੈਂਟ ਵਿਦਿਨ ਅ ਟਾਈਮ. So, directing refers to the process of instructing, guiding, counseling, motivating and leading people in the organization to achieve its objective. ਡਾਇਰੈਕਟਿੰਗ ਦਾ ਇੱਕ ਉਹ ਪ੍ਰੋਸੈਸ ਹੈ ਬੱਚੇ ਜਿਹਦੇ ਵਿੱਚ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਟਾਰਗੇਟ ਨੂੰ ਕੰਪਲੀਟ ਕਰਨ ਵਾਸਤੇ ਅਸੀਂ ਆਪਣੇ ਕੋਲ ਜਿਹੜੇ ਸਾਡੇ ਸਟਾਫ ਹੁੰਦਾ ਹੈ ਅਸੀਂ ਉਹਨੂੰ ਇੰਸਟਰਕਸ਼ਨ ਪ੍ਰੋਵਾਈਡ ਕਰਵਾਉਂਦੇ ਹਾਂ, ਗਾਈਡਲਾਈਨਸ ਦਿੰਦੇ ਹਾਂ, ਅਸੀਂ ਉਹਨਾਂ ਦੀ ਡੇ ਬਾਏ ਡੇ ਕਾਉਂਸਲਿੰਗ ਕਰਦੇ ਰਹਿੰਦੇ ਹਾਂ ਦੈਟ ਹਾਊ ਕੈਨ ਵੀ ਅਚੀਵ ਦਾ ਟਾਰਗੇਟ ਆਫ ਆਰਗੇਨਾਈਜੇਸ਼ਨ. ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ ਦੈਟ ਯੂ ਕੈਨ ਡੂ ਦੈਟ. ਅਸੀਂ ਉਹਨਾਂ ਨੂੰ ਲੀਡ ਕਰਦੇ ਹਾਂ ਕਿ ਈਜ਼ੀਲੀ ਸਾਡਾ ਟਾਰਗੇਟ ਜਿਹੜਾ ਉਹ ਕੰਪਲੀਟ ਹੋ ਸਕੇ. ਨਾਓ what are the characteristics of directing? First is directing initiate action. Directing is considered to be the executive function of management because it initiate action in the organization. ਇਹਨੂੰ ਹਮੇਸ਼ਾ ਬੇਟੇ ਅਸੀਂ ਕੰਸੀਡਰ ਕਰਦੇ ਹਾਂ ਐਜ਼ ਅ ਐਗਜ਼ੀਕਿਊਸ਼ਨ ਫੰਕਸ਼ਨ. ਕਿਉਂ ਕਹਿੰਦੇ ਆ ਐਗਜ਼ੀਕਿਊਸ਼ਨ ਫੰਕਸ਼ਨ? ਸੋ ਦੈਟ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਕਿ ਜਿਹੜੇ ਅਸੀਂ ਪਲਾਨ ਬਣਾਏ ਆ, ਜਿਨ੍ਹਾਂ ਪਲਾਨ ਦੇ ਰਿਗਾਰਡਿੰਗ ਅਸੀਂ ਸਟਾਫ ਜਿਹੜਾ ਆ ਉਹਨੂੰ ਸਿਲੈਕਟ ਕੀਤਾ ਆ, ਉਹਨੂੰ ਅਸੀਂ ਐਕਸ਼ਨਸ ਦੇ ਵਿੱਚ ਕਿਵੇਂ ਕਨਵਰਟ ਕਰਨਾ ਆ. ਓਕੇ, ਅਸੀਂ ਉਹਨੂੰ ਕਿਸ ਤਰੀਕੇ ਨਾਲ ਇੰਸਟਰਕਸ਼ਨ ਦੇ ਕੇ ਆਪਣੇ ਸਟਾਫ ਨੂੰ ਅਸੀਂ ਆਪਣੀ ਡਾਇਰੈਕਸ਼ਨ ਜਿਹੜੀ ਆ ਉਹ ਲੈਣੀ ਆ ਦੈਟ ਕਿ ਅਸੀਂ ਆਪਣਾ ਆਰਗੇਨਾਈਜੇਸ਼ਨ ਦਾ ਗੋਲ ਜਿਹੜਾ ਆ ਉਹਨੂੰ ਅਸੀਂ ਅਚੀਵ ਕਰ ਸਕੀਏ. ਵਾਈਲ ਅਦਰ ਫੰਕਸ਼ਨ ਪ੍ਰਪੇਅਰ ਆ ਸੈਟਿੰਗ ਫॉर ਐਕਸ਼ਨ. ਤੇ ਸਾਰੇ ਫੰਕਸ਼ਨ ਕਾਹਦੇ ਵਾਸਤੇ ਕੀਤੇ ਜਾਂਦੇ ਸੋ ਦੈਟ ਕਿ ਅਸੀਂ ਆਪਣੇ ਐਕਸ਼ਨ ਨੂੰ ਸੈੱਟ ਕਰ ਸਕੀਏ. ਡਾਇਰੈਕਟਿੰਗ ਇਨੀਸ਼ੀਏਟ ਐਕਸ਼ਨ ਇਨ ਦਾ ਆਰਗੇਨਾਈਜੇਸ਼ਨ. ਤੇ ਡਾਇਰੈਕਟਿੰਗ ਕਿਵੇਂ ਦਾ ਫੰਕਸ਼ਨ ਆ ਜਿਹੜਾ ਹਮੇਸ਼ਾ ਐਕਸ਼ਨਸ ਦੇ ਵਿੱਚ ਹੀ ਵਰਕ ਕਰਦਾ ਆ. However, the actual work start only when the direction function is in action. ਤੇ ਕੰਮ ਉਦੋਂ ਹੀ ਸਟਾਰਟ ਹੁੰਦਾ ਹੈ ਜਦੋਂ ਅਸੀਂ ਫੰਕਸ਼ਨਸ ਨੂੰ ਐਕਸ਼ਨ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ. ਓਕੇ, ਸੋ for example, it goes without saying that the three important keywords used by a direction are lights, camera and action. ਜਦੋਂ ਅਸੀਂ ਵਰਕ ਕਰਦੇ ਹਾਂ ਤਾਂ ਅਸੀਂ ਇਹ ਕਹਿੰਦੇ ਹਾਂ ਲਾਈਟ, ਕੈਮਰਾ ਐਂਡ ਐਕਸ਼ਨ. ਮਤਲਬ ਹਰ ਇੱਕ ਚੀਜ਼ ਨੂੰ ਪ੍ਰੋਪਰ ਆਰਗੇਨਾਈਜ਼ ਕਰਨ ਤੋਂ ਬਾਅਦ, ਪ੍ਰੋਪਰ ਪਲਾਨ ਕਰਨ ਤੋਂ ਬਾਅਦ, ਪ੍ਰੋਪਰ ਸਟਾਫ ਚੂਜ਼ ਕਰਨ ਤੋਂ ਬਾਅਦ ਅਸੀਂ ਪ੍ਰੋਵਾਈਡ ਕਰਵਾਉਂਦੇ ਹਾਂ ਐਕਸ਼ਨ ਟੂ ਦਾ ਵਰਕ. Second, direction take place at every level of management. So
whether it is an executive working at top level management or supervisor related to lower level management. But every manager from top executive to supervisor perform the function of directing. The directing take place wherever superior subordinate relations exist. Directing ਬੇਟੇ ਹਮੇਸ਼ਾ ਟਾਪ ਲੈਵਲ ਮੈਨੇਜਮੈਂਟ ਦੇ ਵਿੱਚ ਵੀ ਕੀਤੀ ਜਾਂਦੀ ਹੈ, ਮਿਡਲ ਲੈਵਲ ਅਤੇ ਲੋਅਰ ਲੈਵਲ ਦੇ ਵਿੱਚ ਹੀ, ਕਿਉਂਕਿ ਟਾਪ ਲੈਵਲ ਮੈਨੇਜਮੈਂਟ ਹਮੇਸ਼ਾ ਐਗਜ਼ੀਕਿਊਟ ਕਰਦਾ ਆ वर्क ਨੂੰ ਕਿ ਉਹ ਮਿਡਲ ਲੈਵਲ ਮੈਨੇਜਮੈਂਟ ਜਾਂ ਲੋਅਰ ਲੈਵਲ ਮੈਨੇਜਮੈਂਟ ਕੋ ਕਿਸ ਤਰੀਕੇ ਨਾਲ ਵਰਕ ਜਿਹੜਾ ਕਰਵਾਏਗਾ। ਡਾਇਰੈਕਟਿੰਗ ਹਮੇਸ਼ਾ ਉੱਥੇ ਹੀ ਪੋਸੀਬਲ ਹੁੰਦੀ ਹੈ ਜਿੱਥੇ ਸੁਪੀਰੀਅਰ ਸਬਆਰਡੀਨੇਟ ਰਿਲੇਸ਼ਨਸ਼ਿਪ ਐਗਜ਼ਿਸਟ ਹੋਏਗਾ। ਅਗਰ ਸੁਪੀਰੀਅਰ ਹੋਏਗਾ, ਸਬਆਰਡੀਨੇਟ ਹੋਏਗਾ ਤਾਂ ਸੁਪੀਰੀਅਰ ਸਬਆਰਡੀਨੇਟ ਨੂੰ ਗਾਈਡਲਾਈਨਸ ਪ੍ਰੋਵਾਈਡ ਕਰਵਾਏਗਾ, ਉਹਨੂੰ ਮੋਟੀਵੇਟ ਕਰੇਗਾ, ਉਹਨੂੰ ਡਾਇਰੈਕਸ਼ਨ ਪ੍ਰੋਵਾਈਡ ਕਰਵਾਏਗਾ ਕਿ ਹਾਊ ਕੈਨ ਯੂ ਡੂ ਯੂਰ ਵਰਕ। ਓਕੇ, ਸੋ एवरी मैनेजर चाहे वो टॉप लेवल है, चाहे वो मिडल लेवल है, चाहे वो लोअर लेवल का है, हर एक परसन जो अपने सबआर्डीनेट नू प्रोवाइड करवाते हैं डायरैक्शन सो दैट दे कैन ईजीली अचीव द टारगेट ऑफ द ऑर्गेनाइजेशन विद इन अ फ्यू टाइम। सो डायरैक्टिंग हमेशा हर एक लेवल के उपर ही की जाती है। डायरैक्टिंग इज़ अ कंटिन्यू प्रोसैस। Directing continue process as the name clear that continue process directing बेटे एक बार डायरैक्शन असी प्रोवाइड करवाती अपने एम्पलॉयज़ ਨੂੰ ਤੇ ਅਸੀਂ ਡੇ ਬਾਏ ਡੇ ਦੇਖਦੇ ਰਹਾਂਗੇ ਕਿ ਉਹ ਉਸੇ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਪਏ ਨੇ। ਸੋ ਕਿ ਉਸੇ ਤਰੀਕੇ ਨਾਲ ਵਰਕ ਕਰਦੇ ਪਏ ਨੇ ਜਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਦੱਸਿਆ ਹੋਇਆ ਹੈ। ਓਕੇ, ਸੋ ਕੰਟੀਨਿਊਸਲੀ ਅਸੀਂ ਉਹਨਾਂ ਦੇ ਵਰਕ ਨੂੰ ਚੈੱਕ ਕਰਦੇ ਰਹਿੰਦੇ ਹਾਂ ਟਿਲ ਜਦੋਂ ਤੱਕ ਸਾਡਾ ਆਰਗੇਨਾਈਜੇਸ਼ਨ ਦਾ ਆਬਜੈਕਟਿਵ ਅਚੀਵ ਨਹੀਂ ਹੋ ਸਕਦਾ। So the function of directing is to be performed continuously throughout the lifetime of an organization। ਜਦੋਂ ਤੱਕ ਆਰਗੇਨਾਈਜੇਸ਼ਨ ਚੱਲਦੀ ਰਹਿੰਦੀ ਹੈ ਉਦੋਂ ਤੱਕ ਅਸੀਂ ਡਾਇਰੈਕਸ਼ਨ ਜਿਹੜੀ ਆ ਉਹ ਪ੍ਰੋਸੈਸ ਨੂੰ ਫੋਲੋ ਕਰਦੇ ਹੀ ਰਹਿੰਦੇ ਹਾਂ। डायरैक्टिंग फ्लो फ्रॉम टॉप टू बॉटम बेटे जिमें कि असी पहला भी पढ़िया कि डायरैक्टिंग जी हर एक लैवल मैनेजमेंट के लैवल उपर पॉसीबल होंगी आ। सो डायरैक्टिंग जी फ्लो करती है टॉप टू बॉटम। डायरैक्टिंग हमेशा टॉप लैवल मैनेजमेंट तो की जाती है। टॉप लैवल मैनेजमेंट ही डायरैक्शन प्रोवाइड करवाते हैं टू द सबऑर्डीनेट तो उस तरीके एक हायरार्की ऑफ फ्लो बन जाता है ये जिस CEO एग्जीक्यूटिव्स डायरैक्शन प्रोवाइड करवाते हैं तो एग्जीक्यूटिव मिडल मैनेजर सुपरवाइजर इंपलॉयज़ तो इंपलॉयज़ अपने कंज्यूमर कस्टमर डायरैक्शन प्रोवाइड करवाते हैं सो दैट दे कैन ईजीली अचीव द टारगेट ऑफ द ऑर्गेनाइजेशन। So beta this implies that a superior at every level has to take order from his immediate boss and then direct his immediate subordinate according so as to get the desired work done। superior हमेशा immediately ही अपने top level management को जिहड़ा आ orders जिहड़े अचीव करते तो immediately उन्होंने प्रोवाइड करवाते हैं डायरैक्शन टू द सबऑर्डीनेट सो दैट कि वो अपने डिज़ायर वर्क नू ईजीली विद इन अ लैस नंबर ऑफ टाइम ही कंप्लीट कर सकन। So next, that is the importance of direction. Importance of direction is the evidence from the fact that without directing no proper action will be initiated with the organization। So importance mean कि असी डायरैक्शन तो बिना कोई भी proper work जिहड़ा है उन्होंने ऑर्गेनाइजेशन दे विच नहीं कर सकते। So first importance that directing help to initiate action। सो बेटे डायरैक्टिंग जी हमेशा हैल्प करती है पीपल नू कि उन्होंने किस तरीके नाल अपना टारगेट जिहड़ा नू लभना है तो उस टारगेट नू रखते हुए ध्यान दे विच रखते हुए अपने थ्रू एक्शन उन्होंने किस तरीके नाल वर्क जिहड़ा नू कंप्लीट करना है टारगेट कंप्लीट करने लई। Directing help to initiate action by peoples in the organization toward attainment of desired objective। ये हमेशा डिज़ायर ऑब्जेक्टिव नू लेके ही बनाया जाता है। फॉर एग्जाम्पल इफ अ सुपरवाइजर गाइड ही सबऑर्डिनेट एंड क्लेरिफाई देयर डाउट्स इन परफॉर्मिंग अ टास्क इट विल हेल्प टू वर्कर टू अचीव वर्क टारगेट गिवन टू हिम।
देखो बेटे, अगर सुपरवाइज़र जिहड़ा गाइड करता रहेगा अपने सबऑर्ਡੀਨੇਟ ਨੂੰ ਤੇ ਉਹਨਾਂ ਦੇ ਹਰ ਇੱਕ ਡਾਊਟ ਨੂੰ ਕਲੀਅਰ ਕਰਦਾ ਰਹੇਗਾ ਜਦੋਂ ਉਹ ਟਾਸਕ ਕੰਪਲੀਟ ਕਰਦੇ ਪਏ ਨੇ, ਪਰਫਾਰਮ ਕਰਦੇ ਪਏ ਨੇ, ਤੇ ਇਹ ਵਰਕਰਸ ਨੂੰ ਬਹੁਤ ਹੈਲਪ ਪ੍ਰੋਵਾਈਡ ਕਰਵਾਉਂਦਾ ਹੈ ਜਿਹਦੇ ਨਾਲ ਉਹ ਈਜ਼ੀਲੀ ਆਪਣਾ ਟਾਰਗੇਟ ਕੰਪਲੀਟ ਕਰ ਸਕਦੇ ਨੇ। Directing integrate employee efforts in the organization, and also directing help to integrate goals. So in such a way that every individual effort contribute to the organization performance, thus it ensure that the individual work for organization goal। ਬੇਟੇ ਹਮੇਸ਼ਾ ਡਾਇਰੈਕਟਿੰਗ ਜਿਹੜੀ ਆ ਉਹ ਇੰਪਲੋਈਜ਼ ਦੇ ਐਫਰਟਸ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਮਤਲਬ ਜਿੰਨੇ ਉਸ ਡਾਇਰੈਕਟਿੰਗ ਤੇ ਇੰਪਲੋਈਜ਼ ਐਫਰਟ ਕਰਨਗੇ, ਆਪਣਾ ਵਰਕ ਕੰਟਰੀਬਿਊਟ ਕਰਨਗੇ ਆਰਗੇਨਾਈਜੇਸ਼ਨ ਨੂੰ, ਉਨੇ ਹੀ ਵਧੀਆ ਤਰੀਕੇ ਨਾਲ ਉਹਨਾਂ ਦਾ ਗੋਲ ਜਿਹੜਾ ਆ ਉਹ ਅਚੀਵ ਹੋ ਸਕੇਗਾ ਆਰਗੇਨਾਈਜੇਸ਼ਨ ਦੇ ਵਿੱਚ। So directing guide employee to fully realize their potential and capability by motivating and providing effective leadership। The directing ਹਮੇਸ਼ਾ ਪ੍ਰੋਵਾਈਡ ਕਰਵਾਉਂਦੀ ਹੈ guidelines to the employee that ਉਹਨਾਂ ਨੇ ਕਿਸ ਤਰੀਕੇ ਨਾਲ ਆਪਣਾ ਪੋਟੈਂਸ਼ੀਅਲ, ਆਪਣੀ ਕੈਪੇਬਿਲਿਟੀ ਜਿਹੜੀ ਆ ਬਾਏ ਦਾ ਮੋਟੀਵੇਸ਼ਨ ਉਹਨੂੰ ਯੂਜ਼ ਕਰਨਾ ਆ ਆਰਗੇਨਾਈਜੇਸ਼ਨ ਵਿੱਚ, ਸੋ ਦੈਟ ਦੇ ਕੈਨ effectively achieve the target। Directing facilitate introducing of needing change in the organization, ਤੇ also ਬੇਟੇ ਉਹ ਆਪਣੇ ਆਰਗੇਨਾਈਜੇਸ਼ਨ ਦੀ ਚੇਂਜ ਨੂੰ ਵੀ, ਨੀਡ ਨੂੰ ਵੀ ਈਜ਼ੀਲੀ ਚੇਂਜ ਕਰ ਸਕਦੇ ਨੇ। ਜਨਰਲੀ ਪੀਪਲ ਹੈਵ ਟੂ ਟੈਂਡੈਂਸੀ ਟੂ ਰੈਜ਼ਿਸਟ ਚੇਂਜ ਇਨ ਦਾ ਆਰਗੇਨਾਈਜੇਸ਼ਨ, ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਵਰਕ ਕਰਦੇ ਰਹਿੰਦੇ ਹਾਂ ਤਾਂ ਦੇਰ ਆਰ ਲੋਟਸ ਆਫ ਚੇਂਜਿਸ ਜਿਹੜੀਆਂ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ। So effective direction through motivation, communication and leadership help to reduce such resistance। ਤੇ ਜਿਹੜੀ effective direction ਆ, effective training ਆ ਜਾਂ effective directing ਆ ਜਿਹਦੇ ਥਰੂ ਅਸੀਂ ਆਪਣੇ EMPLOYEES ਨੂੰ ਮੋਟੀਵੇਟ ਕਰਦੇ ਹਾਂ, ਕਮਿਊਨੀਕੇਟ ਕਰਦੇ ਹਾਂ, ਉਹਨਾਂ ਦੇ ਨਾਲ ਉਹਨਾਂ ਨੂੰ ਲੀਡ ਕਰਦੇ ਹਾਂ, ਉਹ ਹਮੇਸ਼ਾ ਡਾਊਟਸ ਜਿਹੜੇ ਉਹਨਾਂ ਨੂੰ ਰਿਮੂਵ ਕਰ ਦਿੰਦੇ ਨੇ। ਓਕੇ, ਸੋ ਬੇਟੇ ਇਹਨਾਂ ਦੇ ਨਾਲ ਲਾਸਟ ਤੁਹਾਡਾ ਇੰਪੋਰਟੈਂਸ ਹੈ ਦੈਟ ਆਰ ਇਫੈਕਟਿਵ ਡਾਇਰੈਕਟਿੰਗ ਹੈਲਪ ਟੂ ਬ੍ਰਿੰਗ ਸਟੈਬਿਲਿਟੀ ਐਂਡ ਬੈਲੈਂਸ ਇਨ ਦਾ ਆਰਗੇਨਾਈਜੇਸ਼ਨ। ਜਿੰਨੀ ਹੀ ਵਧੀਆ ਡਾਇਰੈਕਟਿੰਗ ਹੋਏਗੀ ਉਨੀ ਸਟੇਬਿਲਿਟੀ ਅਤੇ ਬੈਲੈਂਸ ਬਣਾ ਕੇ ਚੱਲੇਗੀ ਆਰਗੇਨਾਈਜੇਸ਼ਨਸ। ਮੀਨਸ ਸੁਪੀਰੀਅਰ ਅਤੇ ਸਬਆਰਡੀਨੇਟ ਦੇ ਵਿੱਚ ਕੋ ਰਿਲੇਸ਼ਨ ਬਣਾ ਕੇ ਚੱਲੇਗੀ। ਜਿੰਨਾ ਤੁਹਾਡਾ ਵਧੀਆ ਸੁਪੀਰੀਅਰ ਹੋਏਗਾ ਜਿਹੜਾ ਕਿ ਤੁਹਾਨੂੰ ਡਾਇਰੈਕਟ ਕਰਦਾ ਪਿਆ ਹੈਗਾ, ਉਨੇ ਹੀ ਵਧੀਆ ਤਰੀਕੇ ਨਾਲ ਤੁਹਾਡਾ ਸਬਆਰਡੀਨੇਟ ਜਿਹੜਾ ਆ ਉਹ ਵਰਕ ਕਰੇਗਾ ਅਤੇ ਉਹ ਗਰੁੱਪ ਐਕਟੀਵਿਟੀਜ਼ ਨੂੰ ਲੈ ਕੇ ਉਹ ਕੋਆਰਡੀਨੇਟਲੀ, ਕਮਿਟਮੈਂਟਲੀ ਆਪਣਾ ਵਰਕ ਜਿਹੜਾ ਆ ਕੰਪਲੀਟ ਕਰਨਗੇ, ਸੋ ਦੈਟ ਦੇ ਕੈਨ ਈਜ਼ੀਲੀ ਅਚੀਵ ਦਾ ਟਾਰਗੇਟ ਆਫ ਦਾ ਆਰਗੇਨਾਈਜੇਸ਼ਨ। ਸੋ ਬੇਟੇ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ, ਦੈਟ ਆਰ ਦਾ ਫੀਚਰਸ ਐਂਡ ਇੰਪੋਰਟੈਂਸ। ਕੱਲ੍ਹ ਨੂੰ ਆਪਾਂ ਸਟਾਰਟ ਕਰਾਂਗੇ ਐਲੀਮੈਂਟ ਆਫ ਡਾਇਰੈਕਟਿੰਗ। ਔਰ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਈਜ਼ੀਲੀ ਪੁੱਛ ਸਕਦੇ ਹੋ। ਥੈਂਕਸ ਐਂਡ ਹੈਵ ਅ ਨਾਈਸ ਡੇ।